ਤੁਹਾਡੇ ਲਈ ਪਵਿੱਤਰ ਬਾਈਬਲ ਵਿੱਚੋਂ ਮਸੀਹ ਦੇ ਚੇਲਿਆਂ ਦੇ ਕਰਤੱਵ ਪੜ੍ਹੇ ਜਾਣਗੇ। ਸੋ ਆਓ ਪਵਿੱਤਰ ਵਚਨ ਸੁਣੀਏ। ਚੈਪਟਰ 10 ਪਤਰਸ ਅਤੇ ਕੁਰਨੇਲੀਅਸ। ਕੈਸਰੀਆ ਵਿੱਚ ਕੁਰਨੇਲੀਅਸ ਨਾਂ ਦਾ ਇੱਕ ਆਦਮੀ ਸੀ। ਉਹ ਇਟਾਲੀਆਨੀ ਪਲਟਨ ਦਾ ਕਪਤਾਨ ਸੀ। ਉਹ ਅਤੇ ਉਸ ਦਾ ਸਾਰਾ ਟੱਬਰ ਧਰਮੀ ਅਤੇ ਪਰਮੇਸ਼ਵਰ ਤੋਂ ਡਰਨ ਵਾਲੇ ਸਨ। ਉਹ ਲੋਕਾਂ ਨੂੰ ਬਹੁਤ ਦਾਨ ਪੁੰਨ ਕਰਦਾ ਅਤੇ ਨਿੱਤ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀ। ਇੱਕ ਦਿਨ 3 ਵਜੇ ਉਸ ਨੂੰ ਇੱਕ ਸਪਸ਼ਟ ਦਰਸ਼ਨ ਹੋਇਆ, ਜਿਸ ਵਿੱਚ ਉਸ ਨੇ ਪਰਮੇਸ਼ਵਰ ਦੇ ਇੱਕ ਸਵਰਗ ਦੂਤ ਨੂੰ ਆਪਣੇ ਕੋਲ ਆਉਂਦਿਆਂ ਦੇਖਿਆ, ਜਿਸ ਨੇ ਉਸ ਨੂੰ ਕਿਹਾ, ਕੁਰਨੇਲੀਅਸ। ਉਸ ਨੇ ਸਵਰਗ ਦੂਤ ਵੱਲ ਨੀਝ ਲਾ ਕੇ ਦੇਖਿਆ ਅਤੇ ਭੈਭੀਤ ਹੁੰਦੇ ਹੋਏ ਕਿਹਾ, ਪ੍ਰਭੂ ਜੀ, ਇਹ ਕੀ ਹੈ? ਸਵਰਗ ਦੂਤ ਨੇ ਉਸ ਨੂੰ ਕਿਹਾ, ਤੇਰੀ ਪ੍ਰਾਰਥਨਾ ਅਤੇ ਤੇਰਾ ਦਾਨ ਪੁੰਨ ਪਰਮੇਸ਼ਵਰ ਤੱਕ ਪਹੁੰਚਿਆ ਹੈ ਅਤੇ ਪਰਮੇਸ਼ਵਰ ਨੇ ਤੈਨੂੰ ਯਾਦ ਕੀਤਾ ਹੈ। ਹੁਣ ਕੁਝ ਆਦਮੀਆਂ ਨੂੰ ਯਾਪਾ ਘੱਲ ਅਤੇ ਸਮਿਓਨ, ਜਿਸ ਦਾ ਉਪਨਾਮ ਪਤਰਸ ਹੈ, ਨੂੰ ਸੱਦ। ਉਹ ਸਮਿਓਨ ਚਮੜੇ ਦਾ ਕੰਮ ਕਰਨ ਵਾਲੇ ਦੇ ਕੋਲ ਠਹਿਰਿਆ ਹੋਇਆ ਹੈ, ਜਿਸ ਦਾ ਘਰ ਸਮੁੰਦਰ ਦੇ ਕੰਢੇ ਤੇ ਹੈ। ਜਦੋਂ ਉਹ ਸਵਰਗਦੂਤ, ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ, ਚਲਾ ਗਿਆ, ਤਾਂ ਉਸ ਨੇ ਆਪਣੇ ਘਰ ਦੇ 2 ਸੇਵਕਾਂ ਅਤੇ ਇੱਕ ਆਗਿਆਕਾਰੀ ਸਿਪਾਹੀ ਨੂੰ, ਜੋ ਧਰਮੀ ਸੀ, ਸੱਦਿਆ। ਉਸਨੇ ਉਹਨਾਂ ਨੂੰ ਸਭ ਕੁਝ ਸਮਝਾ ਕੇ ਯਾਪਾ ਘੱਲਿਆ। ਅਗਲੇ ਦਿਨ ਜਦੋਂ ਉਹ ਲੋਕੀ ਯਾਤਰਾ ਕਰਦੇ ਕਰਦੇ ਸ਼ਹਿਰ ਦੇ ਲਾਗੇ ਪਹੁੰਚ ਰਹੇ ਸਨ, ਤਾਂ ਲਗਭਗ ਦੁਪਹਿਰ ਦੇ ਵੇਲੇ ਪਤਰਸ ਪ੍ਰਾਰਥਨਾ ਕਰਨ ਦੇ ਲਈ ਛੱਤ ਤੇ ਗਿਆ। ਉਸ ਨੂੰ ਭੁੱਖ ਲੱਗੀ ਅਤੇ ਕੁਝ ਖਾਣ ਨੂੰ ਦਿਲ ਚਾਹਿਆ, ਪਰ ਜਦੋਂ ਭੋਜਨ ਅਜੇ ਤਿਆਰ ਹੋ ਰਿਹਾ ਸੀ ਤਾਂ ਪਤਰਸ ਅੰਤਰਲੀਨ ਹੋ ਗਿਆ। ਉਸਨੇ ਦੇਖਿਆ ਕਿ ਆਕਾਸ਼ ਖੁੱਲ ਗਿਆ ਹੈ ਅਤੇ 4 ਨੁੱਕਰਾਂ ਤੋਂ ਲਟਕ ਰਹੀ ਲੰਬੀ ਚੌੜੀ ਚਾਦਰ ਵਰਗੀ ਕੋਈ ਚੀਜ਼ ਜ਼ਮੀਨ ਤੇ ਉਤਰ ਰਹੀ ਹੈ। ਉਸ ਵਿੱਚ ਸਭ ਤਰ੍ਹਾਂ ਦੇ ਜਾਨਵਰ, ਰੀਂਗਣ ਵਾਲੇ ਜੀਵ ਜੰਤੂ ਅਤੇ ਆਕਾਸ਼ ਦੇ ਪੰਛੀ ਸਨ। ਫਿਰ ਉਸ ਨੂੰ ਇੱਕ ਆਵਾਜ਼ ਆਈ, ਪਤਰਸ, ਉੱਠ, ਮਾਰ ਤੇ ਖਾ। ਪਤਰਸ ਨੇ ਉੱਤਰ ਦਿੱਤਾ, ਨਹੀਂ ਪ੍ਰਭੂ, ਇਹ ਨਹੀਂ ਹੋ ਸਕਦਾ। ਮੈਂ ਕਦੀ ਕੋਈ ਅਪਵਿੱਤਰ ਅਤੇ ਅਸ਼ੁੱਧ ਚੀਜ਼ ਨਹੀਂ ਖਾਧੀ। ਇਸ ਤੇ ਉਸ ਨੂੰ ਦੂਜੀ ਵਾਰ ਫਿਰ ਆਵਾਜ਼ ਸੁਣਾਈ ਦਿੱਤੀ, ਜਿਸ ਨੂੰ ਪਰਮੇਸ਼ਵਰ ਨੇ ਸ਼ੁੱਧ ਠਹਿਰਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ। 3 ਵਾਰ ਇਸੇ ਤਰ੍ਹਾਂ ਹੋਇਆ ਅਤੇ ਫਿਰ ਉਹ ਚੀਜ਼ ਆਕਾਸ਼ ਵਿੱਚ ਤੁਰੰਤ ਚੁੱਕ ਲਈ ਗਈ। ਪਤਰਸ ਅਜੇ ਇਸ ਉਲਝਣ ਵਿੱਚ ਹੀ ਸੀ ਕਿ ਜੋ ਦਰਸ਼ਨ ਉਸ ਨੂੰ ਹੋਇਆ ਹੈ, ਉਸ ਦਾ ਕੀ ਅਰਥ ਹੋ ਸਕਦਾ ਹੈ। ਤਾਂ ਇੰਨੇ ਵਿੱਚ ਕੁਰਨੇਲੀਅਸ ਦੇ ਇਕੱਲੇ ਹੋਏ ਆਦਮੀ ਘਰ ਪੁੱਛਦੇ ਪੁੱਛਦੇ ਬੂਹੇ ਉੱਤੇ ਆ ਖੜੇ ਹੋਏ। ਉਹ ਉੱਚੀ ਆਵਾਜ਼ ਵਿੱਚ ਪੁੱਛਣ ਲੱਗੇ, ਸਮਿਓਨ, ਜਿਨ੍ਹਾਂ ਦਾ ਉਪਨਾਮ ਪਤਰਸ ਹੈ, ਕੀ ਉਹ ਇੱਥੇ ਹੀ ਠਹਿਰੇ ਹੋਏ ਹਨ? ਪਤਰਸ ਅਜੇ ਵੀ ਉਸ ਦਰਸ਼ਨ ਦੇ ਬਾਰੇ ਸੋਚ ਹੀ ਰਿਹਾ ਸੀ ਕਿ ਪਵਿੱਤਰ ਆਤਮਾ ਨੇ ਉਸ ਨੂੰ ਕਿਹਾ, ਦੇਖ, 3 ਆਦਮੀ ਤੈਨੂੰ ਲੱਭ ਰਹੇ ਹਨ। ਉੱਠ, ਥੱਲੇ ਉਤਰ ਅਤੇ ਬੇਧੜਕ ਹੋ ਕੇ ਉਹਨਾਂ ਨਾਲ ਜਾ, ਕਿਉਂਕਿ ਉਹਨਾਂ ਨੂੰ ਮੈਂ ਹੀ ਘੱਲਿਆ ਹੈ। ਪਤਰਸ ਥੱਲੇ ਗਿਆ ਅਤੇ ਉਹਨਾਂ ਆਦਮੀਆਂ ਨੂੰ ਬੋਲਿਆ, ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਤੁਸੀਂ ਕਿਸ ਕਾਰਨ ਆਏ ਹੋ? ਉਹਨਾਂ ਨੇ ਉੱਤਰ ਦਿੱਤਾ, ਕਪਤਾਨ ਕੁਰਨੇਲੀਅਸ ਨੇ ਸਾਨੂੰ ਘੱਲਿਆ ਹੈ। ਉਹ ਇੱਕ ਧਰਮੀ ਅਤੇ ਪਰਮੇਸ਼ਵਰ ਤੋਂ ਡਰਨ ਵਾਲਾ ਆਦਮੀ ਹੈ। ਉਸ ਨੂੰ ਸਾਰੀ ਯਹੂਦੀ ਕੌਮ ਵੀ ਮੰਨਦੀ ਹੈ। ਉਸ ਨੂੰ ਇੱਕ ਪਵਿੱਤਰ ਸਵਰਗਦੂਤ ਰਾਹੀਂ ਆਗਿਆ ਮਿਲੀ ਹੈ ਕਿ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਉਪਦੇਸ਼ ਸੁਣੇ। ਤਦ ਪਤਰਸ ਉਹਨਾਂ ਆਦਮੀਆਂ ਨੂੰ ਅੰਦਰ ਲੈ ਗਿਆ ਅਤੇ ਉਹਨਾਂ ਦੀ ਆਓ ਭਗਤ ਕੀਤੀ। ਅਗਲੇ ਦਿਨ ਉਹ ਉੱਠਿਆ ਅਤੇ ਉਹਨਾਂ ਦੇ ਨਾਲ ਗਿਆ। ਕੁਝ ਭਰਾ ਯਾਪਾ ਤੋਂ ਵੀ ਉਹਨਾਂ ਦੇ ਨਾਲ ਗਏ। ਦੂਜੇ ਦਿਨ ਉਹ ਕੈਸਰੀਆ ਪਹੁੰਚ ਗਿਆ। ਕੁਰਨੇਲੀਅਸ
ਉਹਨਾਂ ਦੀ ਉਡੀਕ ਕਰ ਰਿਹਾ ਸੀ। ਉਸਨੇ ਆਪਣੇ ਸਾਕ ਸੰਬੰਧੀਆਂ ਅਤੇ ਨੇੜੇ ਦੇ ਮਿੱਤਰਾਂ ਨੂੰ ਇਕੱਠੇ ਸੱਦਿਆ ਹੋਇਆ ਸੀ। ਜਦੋਂ ਪਤਰਸ ਅੰਦਰ ਗਿਆ ਤਾਂ ਕੁਰਨੇਲੀਉਸ ਉਸ ਨੂੰ ਮਿਲਿਆ ਅਤੇ ਪਤਰਸ ਦੇ ਚਰਨੀ ਡਿੱਗ ਕੇ ਉਸ ਨੂੰ ਪ੍ਰਣਾਮ ਕੀਤਾ। ਪਤਰਸ ਨੇ ਉਸ ਨੂੰ ਉਠਾਉਂਦਿਆਂ ਹੋਇਆ ਕਿਹਾ, ਉੱਠ, ਮੈਂ ਵੀ ਤਾਂ ਆਦਮੀ ਹੀ ਹਾਂ। ਫਿਰ ਪਤਰਸ ਕੁਰਨੇਲੀਉਸ ਨਾਲ ਗੱਲਾਂ ਕਰਦਾ ਹੋਇਆ ਅੰਦਰ ਆਇਆ ਅਤੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਵੇਖਿਆ। ਪਤਰਸ ਨੇ ਉਹਨਾਂ ਨੂੰ ਕਿਹਾ, ਤੁਸੀਂ ਆਪ ਜਾਣਦੇ ਹੋ ਕਿ ਇੱਕ ਯਹੂਦੀ ਦਾ ਕਿਸੇ ਗੈਰ ਜਾਤੀ ਦੇ ਆਦਮੀ ਨਾਲ ਮਿਲਣਾ ਜਾਂ ਘਰ ਜਾਣਾ ਮਨਾ ਹੈ, ਪਰ ਪਰਮੇਸ਼ਵਰ ਨੇ ਮੇਰੇ ਤੇ ਪ੍ਰਗਟ ਕੀਤਾ ਹੈ ਕਿ ਕਿਸੇ ਆਦਮੀ ਨੂੰ ਅਪਵਿੱਤਰ ਜਾਂ ਅਸ਼ੁੱਧ ਨਾ ਮੰਨ। ਇਸ ਲਈ ਜਦੋਂ ਮੈਨੂੰ ਸੱਦਿਆ ਗਿਆ ਤਾਂ ਮੈਂ ਬੇਧੜਕ ਹੋ ਕੇ ਆ ਗਿਆ। ਹੁਣ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਕਿਉਂ ਸੱਦਿਆ ਹੈ? ਕੁਰਨੇਲੀਉਸ ਨੇ ਉੱਤਰ ਦਿੱਤਾ, 4 ਦਿਨ ਹੋਏ ਜਦੋਂ ਮੈਂ ਇਸੇ ਸਮੇਂ ਆਪਣੇ ਘਰ ਦੀ ਛੱਤ ਉੱਤੇ ਦਿਨ ਦੇ ਕੋਈ 3 ਵਜੇ ਪ੍ਰਾਰਥਨਾ ਕਰ ਰਿਹਾ ਸਾਂ ਤਾਂ ਚਮਕੀਲੇ ਕੱਪੜੇ ਪਾਏ ਹੋਏ ਇੱਕ ਆਦਮੀ ਆ ਕੇ ਮੇਰੇ ਕੋਲ ਖੜਾ ਹੋ ਗਿਆ। ਉਸ ਨੇ ਕਿਹਾ, ਕੁਰਨੇਲੀਉਸ, ਤੇਰੀ ਪ੍ਰਾਰਥਨਾ ਪਰਮੇਸ਼ਵਰ ਨੇ ਸੁਣ ਲਈ ਹੈ ਅਤੇ ਤੇਰੇ ਦਾਨ ਪੁੰਨ ਨੂੰ ਉਸਨੇ ਯਾਦ ਕੀਤਾ ਹੈ। ਇਸ ਲਈ ਕਿਸੇ ਨੂੰ ਯਾਪਾ ਘੱਲ ਕੇ ਸਿਮਿਓਨ, ਜਿਸ ਦਾ ਉਪਨਾਮ ਪਤਰਸ ਹੈ, ਸੱਦ ਲਿਆ। ਉਹ ਸਮੁੰਦਰ ਦੇ ਕੰਢੇ ਸਿਮਿਓਨ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਠਹਿਰਿਆ ਹੋਇਆ ਹੈ। ਬਸ ਮੈਂ ਉਸ ਵੇਲੇ ਤੁਹਾਡੇ ਕੋਲ ਆਦਮੀ ਘੱਲੇ। ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਤੁਸੀਂ ਆ ਗਏ ਹੋ। ਹੁਣ ਅਸੀਂ ਸਾਰੇ ਪਰਮੇਸ਼ਵਰ ਦੇ ਸਾਹਮਣੇ ਹਾਜ਼ਰ ਹਾਂ ਕਿ ਜੋ ਕੁਝ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ ਉਸ ਨੂੰ ਸੁਣੀਏ। ਪਤਰਸ ਦਾ ਭਾਸ਼ਣ। ਫਿਰ ਪਤਰਸ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ, ਹੁਣ ਮੈਂ ਪੂਰੀ ਤਰ੍ਹਾਂ ਨਾਲ ਜਾਣ ਗਿਆ ਹਾਂ ਕਿ ਪਰਮੇਸ਼ਵਰ ਕਿਸੇ ਦਾ ਪੱਖਪਾਤ ਨਹੀਂ ਕਰਦਾ, ਸਗੋਂ ਹਰ ਕੌਮ ਵਿੱਚ ਜੋ ਕੋਈ ਉਸ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ ਉਸ ਨੂੰ ਸਵੀਕਾਰ ਕਰਦਾ ਹੈ। ਉਸ ਨੇ ਇਸਰਾਏਲੀਆਂ ਕੋਲ ਸ਼ਾਂਤੀ ਦਾ ਸ਼ੁਭ ਸਮਾਚਾਰ ਯਿਸੂ ਮਸੀਹ ਦੁਆਰਾ ਘੱਲਿਆ। ਉਹੀ ਸਭ ਮਨੁੱਖ ਜਾਤੀ ਦੇ ਪ੍ਰਭੂ ਹਨ। ਤੁਸੀਂ ਉਹ ਸਭ ਜਾਣਦੇ ਹੀ ਹੋ ਕਿ ਯਹੋਨਾ ਦੇ ਬਪਤਿਸਮੇ ਦੇ ਪ੍ਰਚਾਰ ਦੇ ਪਿੱਛੋਂ ਗਲੀਲ ਤੋਂ ਸ਼ੁਰੂ ਕਰਕੇ ਯਹੂਦੀਆ ਵਿੱਚ ਕੀ ਹੋਇਆ, ਕਿਸ ਪ੍ਰਕਾਰ ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ਪਰਮੇਸ਼ਵਰ ਨੇ ਪਵਿੱਤਰ ਆਤਮਾ ਅਤੇ ਸ਼ਕਤੀ ਨਾਲ ਭਰਪੂਰ ਕੀਤਾ ਅਤੇ ਉਹ ਹਰ ਥਾਂ ਭਲੇ ਕੰਮ ਕਰਦੇ ਅਤੇ ਸ਼ੈਤਾਨ ਦੇ ਬੰਦੀ ਲੋਕਾਂ ਨੂੰ ਚੰਗਾ ਕਰਦੇ ਫਿਰੇ, ਕਿਉਂਕਿ ਪਰਮੇਸ਼ਵਰ ਉਹਨਾਂ ਦੇ ਨਾਲ ਸੀ। ਜੋ ਕੁਝ ਯਿਸੂ ਨੇ ਯਹੂਦੀਆ ਅਤੇ ਯਰੂਸ਼ਲਮ ਵਿੱਚ ਕੀਤਾ, ਉਸ ਸਭ ਦੇ ਅਸੀਂ ਗਵਾਹ ਹਾਂ। ਲੋਕਾਂ ਨੇ ਉਹਨਾਂ ਨੂੰ ਸਲੀਬ ਉੱਤੇ ਚੜਾ ਕੇ ਮਾਰ ਦਿੱਤਾ, ਪਰ ਪਰਮੇਸ਼ਵਰ ਨੇ ਉਹਨਾਂ ਨੂੰ ਤੀਜੇ ਦਿਨ ਫਿਰ ਜਿੰਦਾ ਕਰ ਦਿੱਤਾ ਅਤੇ ਪ੍ਰਗਟ ਵੀ ਹੋਣ ਦਿੱਤਾ। ਸਾਰੇ ਲੋਕਾਂ ਉੱਤੇ ਨਹੀਂ, ਸਗੋਂ ਗਵਾਹਾਂ ਉੱਤੇ ਹੀ, ਜਿਨ੍ਹਾਂ ਨੂੰ ਉਸ ਨੇ ਪਹਿਲੇ ਹੀ ਨਿਯੁਕਤ ਕੀਤਾ ਸੀ, ਅਰਥਾਤ ਸਾਨੂੰ, ਜਿਨ੍ਹਾਂ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਉਹਨਾਂ ਨਾਲ ਖਾਧਾ ਪੀਤਾ। ਫਿਰ ਉਸ ਨੇ ਸਾਨੂੰ ਆਗਿਆ ਦਿੱਤੀ ਕਿ ਲੋਕਾਂ ਵਿੱਚ ਪ੍ਰਚਾਰ ਕਰੋ ਅਤੇ ਗੰਭੀਰਤਾ ਨਾਲ ਗਵਾਹੀ ਦੇਵੋ ਕਿ ਇਹ ਉਹੀ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਮੁਰਦਿਆਂ ਅਤੇ ਜਿਉਂਦਿਆਂ ਦਾ ਨਿਆਂ ਕਰਤਾ ਨਿਯੁਕਤ ਕੀਤਾ ਹੈ। ਇਹਨਾਂ ਦੇ ਬਾਰੇ ਹੀ ਸਾਰੇ ਨਬੀ ਗਵਾਹੀ ਦਿੰਦੇ ਹਨ। ਜੋ ਕੋਈ ਇਹਨਾਂ ਉੱਤੇ ਵਿਸ਼ਵਾਸ ਕਰੇਗਾ ਉਸ ਨੂੰ ਇਹਨਾਂ ਦੇ ਨਾਮ ਦੁਆਰਾ ਪਾਪਾਂ ਦੀ ਮਾਫੀ ਮਿਲੇਗੀ। ਦੂਜੀਆਂ ਜਾਤੀਆਂ ਨੂੰ ਪਵਿੱਤਰ ਆਤਮਾ ਦਾ ਵਰਦਾਨ। ਪਤਰਸ ਅਜੇ ਬੋਲ ਹੀ ਰਿਹਾ ਸੀ ਕਿ ਉਹਨਾਂ ਸਾਰਿਆਂ ਤੇ ਜੋ ਵਚਨ ਸੁਣ ਰਹੇ ਸਨ, ਪਵਿੱਤਰ ਆਤਮਾ ਉਤਰ ਆਇਆ। ਯਹੂਦੀ ਵਿਸ਼ਵਾਸੀ ਜਿਹੜੇ ਯਾਪਾ ਤੋਂ ਪਤਰਸ ਨਾਲ ਆਏ ਸਨ ਹੈਰਾਨ ਰਹਿ ਗਏ ਕਿ ਪਵਿੱਤਰ ਆਤਮਾ ਦਾ ਵਰਦਾਨ ਦੂਜੀਆਂ ਜਾਤੀਆਂ ਨੂੰ ਵੀ ਦਿੱਤਾ ਗਿਆ ਹੈ। ਉਹਨਾਂ ਨੇ ਉਹਨਾਂ ਲੋਕਾਂ ਨੂੰ ਬੋਲੀਆਂ ਬੋਲਦੇ ਅਤੇ ਪਰਮੇਸ਼ਵਰ ਦੀ ਵਡਿਆਈ ਕਰਦੇ ਸੁਣਿਆ। ਇਸ ਤੇ ਪਤਰਸ ਨੇ ਪੁੱਛਿਆ, ਜਿਨ੍ਹਾਂ ਲੋਕਾਂ ਨੇ ਸਾਡੇ ਵਾਂਗੂ ਹੀ ਪਵਿੱਤਰ ਆਤਮਾ ਪ੍ਰਾਪਤ ਕੀਤੀ ਹੈ, ਕੀ ਉਹਨਾਂ ਦੇ ਲਈ ਕੋਈ ਬਪਤਿਸਮੇ ਦਾ ਪਾਣੀ ਰੋਕ ਸਕਦਾ ਹੈ? ਇਸ ਲਈ ਪਤਰਸ ਨੇ ਉਹਨਾਂ ਨੂੰ ਆਗਿਆ ਦਿੱਤੀ ਕਿ ਉਹ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਣ। ਫਿਰ ਉਹਨਾਂ ਨੇ ਪਤਰਸ ਅੱਗੇ ਬੇਨਤੀ ਕੀਤੀ
ਕਿ ਉਹ ਕੁਝ ਦਿਨ ਉਹਨਾਂ ਦੇ ਨਾਲ ਰਹਿਣ। ਚੈਪਟਰ 11। ਪਤਰਸ ਦਾ ਆਪਣੇ ਕੰਮ ਬਾਰੇ ਯਰੂਸ਼ਲਮ ਵਿੱਚ ਜਾ ਕੇ ਰਿਪੋਰਟ ਦੇਣਾ। ਪ੍ਰਮੁੱਖ ਚੇਲਿਆਂ ਅਤੇ ਯਹੂਦੀਆ ਨਿਵਾਸੀ ਭਰਾਵਾਂ ਨੇ ਵੀ ਸੁਣ ਲਿਆ ਸੀ ਕਿ ਦੂਜੀਆਂ ਜਾਤੀਆਂ ਨੇ ਵੀ ਪਰਮੇਸ਼ਵਰ ਦਾ ਵਚਨ ਸਵੀਕਾਰ ਕਰ ਲਿਆ ਹੈ। ਇਸ ਲਈ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਸੁੰਨਤੀ ਉਸ ਨਾਲ ਝਗੜਾ ਕਰਨ ਲੱਗੇ। ਉਹਨਾਂ ਨੇ ਕਿਹਾ, ਤੂੰ ਸੁੰਨਤ ਰਹਿਤ ਲੋਕਾਂ ਦੇ ਕੋਲ ਗਿਆ ਅਤੇ ਉਹਨਾਂ ਦੇ ਨਾਲ ਖਾਧਾ। ਇਸ ਤੇ ਪਤਰਸ ਨੇ ਸ਼ੁਰੂ ਤੋਂ ਲੱਗ ਕੇ ਇੱਕ ਘਟਨਾ ਉਹਨਾਂ ਨੂੰ ਕਹਿ ਸੁਣਾਈ। ਮੈਂ ਯਾਪਾ ਨਗਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ। ਅੰਤਰਲੀਨ ਹਾਲਤ ਵਿੱਚ ਹੀ ਮੈਨੂੰ ਇੱਕ ਦਰਸ਼ਨ ਹੋਇਆ। ਮੈਂ ਦੇਖਿਆ ਕਿ 4 ਨੁੱਕਰਾਂ ਤੋਂ ਲਟਕਦੀ ਹੋਈ ਲੰਬੀ ਚੌੜੀ ਚਾਦਰ ਵਰਗੀ ਕੋਈ ਚੀਜ਼ ਆਕਾਸ਼ ਤੋਂ ਉਤਰ ਰਹੀ ਹੈ। ਉਹ ਮੇਰੇ ਤੱਕ ਆਈ। ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਸ ਵਿੱਚ ਚੌਪਾਏ, ਜੰਗਲੀ ਜਾਨਵਰ, ਰੀਂਗਣ ਵਾਲੇ ਜੀਵ ਜੰਤੂ ਅਤੇ ਆਕਾਸ਼ ਦੇ ਪੰਛੀ ਦਿਖਾਈ ਦਿੱਤੇ। ਫਿਰ ਮੈਂ ਇੱਕ ਆਵਾਜ਼ ਸੁਣੀ ਜੋ ਮੈਨੂੰ ਇਹ ਕਹਿ ਰਹੀ ਸੀ, ਪਤਰਸ ਉੱਠ, ਮਾਰ ਅਤੇ ਖਾ। ਪਰ ਮੈਂ ਉੱਤਰ ਦਿੱਤਾ, ਨਹੀਂ ਪ੍ਰਭੂ ਜੀ, ਮੇਰੇ ਮੂੰਹ ਵਿੱਚ ਅੱਜ ਤੱਕ ਕੋਈ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਗਈ ਹੈ। ਆਵਾਜ਼ ਨੇ ਦੂਜੀ ਵਾਰ ਆਕਾਸ਼ ਤੋਂ ਉੱਤਰ ਦਿੱਤਾ, ਜੋ ਪਰਮੇਸ਼ਵਰ ਨੇ ਸ਼ੁੱਧ ਠਹਿਰਾਇਆ ਹੈ ਉਸ ਨੂੰ ਤੂੰ ਅਸ਼ੁੱਧ ਨਾ ਕਹਿ। ਇਸ ਤਰ੍ਹਾਂ 3 ਵਾਰ ਹੋਇਆ ਅਤੇ ਫਿਰ ਸਭ ਕੁਝ ਆਕਾਸ਼ ਵਿੱਚ ਵਾਪਸ ਚੁੱਕ ਲਿਆ ਗਿਆ। ਠੀਕ ਉਸੇ ਵੇਲੇ 3 ਆਦਮੀ ਉਸ ਘਰ ਦੇ ਸਾਹਮਣੇ ਆ ਖੜੇ ਹੋਏ ਜਿੱਥੇ ਮੈਂ ਸਾਂ। ਉਹ ਕੈਸਰੀਆ ਤੋਂ ਮੇਰੇ ਕੋਲ ਘੱਲੇ ਗਏ ਸਨ। ਆਤਮਾ ਨੇ ਮੈਨੂੰ ਕਿਹਾ ਕਿ ਬੇਧੜਕ ਹੋ ਕੇ ਉਹਨਾਂ ਦੇ ਨਾਲ ਜਾ। ਇਹ 6 ਭਰਾ ਵੀ ਮੇਰੇ ਨਾਲ ਗਏ ਅਤੇ ਅਸੀਂ ਕੁਰਨੇਲੀਅਸ ਦੇ ਘਰ ਦੇ ਅੰਦਰ ਗਏ। ਉਸ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਇੱਕ ਸਵਰਗਦੂਤ ਨੂੰ ਆਪਣੇ ਘਰ ਖੜਾ ਦੇਖਿਆ, ਜਿਸ ਨੇ ਕਿਹਾ, ਕਿਸੇ ਨੂੰ ਯਾਪਾ ਘੱਲ ਕੇ ਸ਼ਮੌਨ, ਜਿਸ ਦਾ ਉਪਨਾਮ ਪਤਰਸ ਹੈ, ਨੂੰ ਸੱਦ। ਉਹ ਤੈਨੂੰ ਵਚਨ ਸੁਣਾਏਗਾ ਜਿਸ ਤੋਂ ਤੂੰ ਅਤੇ ਤੇਰਾ ਟੱਬਰ ਮੁਕਤੀ ਪ੍ਰਾਪਤ ਕਰੋਗੇ। ਮੈਂ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਪਵਿੱਤਰ ਆਤਮਾ ਉਹਨਾਂ ਤੇ ਉਤਰ ਆਇਆ, ਜਿਸ ਤਰ੍ਹਾਂ ਸ਼ੁਰੂ ਵਿੱਚ ਸਾਡੇ ਤੇ ਉਤਰਿਆ ਸੀ। ਉਸ ਸਮੇਂ ਮੈਨੂੰ ਪ੍ਰਭੂ ਦੇ ਕਹੇ ਹੋਏ ਸ਼ਬਦ ਯਾਦ ਆਏ, ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਵੋਗੇ। ਇਸ ਲਈ ਜੇਕਰ ਪਰਮੇਸ਼ਵਰ ਨੇ ਉਹਨਾਂ ਨੂੰ ਵੀ ਉਹ ਵਰਦਾਨ ਦਿੱਤਾ ਜਿਹੜਾ ਸਾਨੂੰ, ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕੀਤਾ ਸੀ, ਤਾਂ ਮੈਂ ਕੌਣ ਸਾਂ ਕਿ ਪਰਮੇਸ਼ਵਰ ਨੂੰ ਰੋਕਦਾ। ਇਹ ਸੁਣ ਕੇ ਉਹ ਚੁੱਪ ਹੋ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ ਅਤੇ ਕਹਿਣ ਲੱਗੇ, ਸੋ ਪਰਮੇਸ਼ਵਰ ਨੇ ਦੂਜੀਆਂ ਜਾਤੀਆਂ ਨੂੰ ਵੀ ਪਛਤਾਪ ਕਰਨ ਦਾ ਮੌਕਾ ਅਤੇ ਜੀਉਣ ਦਾ ਵਰਦਾਨ ਦਿੱਤਾ ਹੈ। ਦੂਜੀਆਂ ਜਾਤੀਆਂ ਦੀ ਪਹਿਲੀ ਵਿਸ਼ਵਾਸ ਸੰਗਤ। ਸਤੀਫਨੁਸ ਤੇ ਹੋਏ ਅਤਿਆਚਾਰ ਦੇ ਕਾਰਨ ਜਿਹੜੇ ਲੋਕੀ ਖਿੰਡ ਪੁੰਡ ਗਏ ਸਨ, ਉਹ ਫੈਨੀਕੇ, ਕੁਪਰੁਸ ਅਤੇ ਅੰਤਾਕਿਆ ਤੱਕ ਪਹੁੰਚ ਗਏ। ਪਰ ਉਹ ਯਹੂਦੀਆਂ ਤੋਂ ਛੁੱਟ ਹੋਰ ਕਿਸੇ ਨੂੰ ਵਚਨ ਨਹੀਂ ਸੁਣਾਉਂਦੇ ਸਨ। ਪਰ ਉਹਨਾਂ ਵਿੱਚ ਕੁਪਰੁਸ ਅਤੇ ਕੁਰੇਨੇ ਦੇ ਰਹਿਣ ਵਾਲੇ ਸਨ। ਉਹ ਜਦੋਂ ਅੰਤਾਕਿਆ ਵਿੱਚ ਆਏ ਤਾਂ ਉਹਨਾਂ ਨੇ ਯੂਨਾਨੀਆਂ ਨੂੰ ਵੀ ਪ੍ਰਭੂ ਯੀਸ਼ੂ ਦਾ ਸ਼ੁਭ ਸਮਾਚਾਰ ਸੁਣਾਇਆ। ਪ੍ਰਭੂ ਦਾ ਹੱਥ ਉਹਨਾਂ ਦੇ ਉੱਤੇ ਸੀ। ਇਸ ਲਈ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ
ਅਤੇ ਉਹ ਪ੍ਰਭੂ ਦੀ ਵੱਲ ਮੁੜੇ। ਜਦੋਂ ਇਹਨਾਂ ਦੇ ਬਾਰੇ ਯਰੂਸ਼ਲਮ ਦੀ ਵਿਸ਼ਵਾਸ ਸੰਗਤ ਦੇ ਕੰਨਾਂ ਤੱਕ ਖਬਰ ਪਹੁੰਚੀ ਤਾਂ ਉਹਨਾਂ ਨੇ ਬਰਨਾਬਾਸ ਨੂੰ ਅੰਤਾਕਿਆ ਘੱਲਿਆ। ਉੱਥੇ ਪਹੁੰਚ ਕੇ ਉਸਨੇ ਪਰਮੇਸ਼ਵਰ ਦੀ ਕਿਰਪਾ ਦਾ ਜ਼ੋਰ ਦੇਖਿਆ ਅਤੇ ਆਨੰਦ ਮਨਾਇਆ। ਉਸਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਤਨ ਮਨ ਨਾਲ ਪ੍ਰਭੂ ਨਾਲ ਜੁੜੇ ਰਹਿਣ। ਬਰਨਾਬਾਸ ਇੱਕ ਭਲਾ ਆਦਮੀ ਸੀ। ਉਹ ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਸੀ, ਇਸ ਲਈ ਬਹੁਤ ਸਾਰੇ ਲੋਕੀ ਪ੍ਰਭੂ ਕੋਲ ਆ ਗਏ। ਫਿਰ ਬਰਨਾਬਾਸ ਸਾਊਲ ਦੀ ਖੋਜ ਵਿੱਚ ਤਰਸ਼ੀਸ਼ ਨੂੰ ਗਿਆ। ਜਦੋਂ ਉਹ ਉਸ ਨੂੰ ਮਿਲ ਗਿਆ ਤਾਂ ਉਹਨੂੰ ਅੰਤਾਕਿਆ ਲੈ ਆਇਆ। ਉਹ ਦੋਵੇਂ ਉੱਥੇ ਪੂਰੇ 1 ਸਾਲ ਤੱਕ ਵਿਸ਼ਵਾਸ ਸੰਗਤ ਦੇ ਨਾਲ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ। ਅੰਤਾਕਿਆ ਵਿੱਚ ਹੀ ਚੇਲੇ ਪਹਿਲੀ ਵਾਰ ਮਸੀਹੀ ਅਖਵਾਏ। ਉਸ ਸਮੇਂ ਕੁਝ ਨਬੀ ਯਰੂਸ਼ਲਮ ਤੋਂ ਅੰਤਾਕਿਆ ਆਏ। ਉਹਨਾਂ ਵਿੱਚੋਂ ਇੱਕ ਅਗਬੁਸ ਨਾਂ ਦੇ ਨਬੀ ਨੇ ਖੜੇ ਹੋ ਕੇ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਅਗੰਮੀ ਵਾਕ ਕੀਤਾ ਕਿ ਸਾਰੇ ਸੰਸਾਰ ਵਿੱਚ ਭਿਅੰਕਰ ਅਕਾਲ ਪੈਣ ਵਾਲਾ ਹੈ। ਇਹ ਅਕਾਲ ਕਲੌਦੀਅਸ ਦੇ ਰਾਜ ਕਾਲ ਵਿੱਚ ਪਿਆ। ਇਸ ਤੇ ਚੇਲਿਆਂ ਨੇ ਫੈਸਲਾ ਕੀਤਾ ਕਿ ਹਰ ਇੱਕ ਆਪਣੀ ਪਹੁੰਚ ਅਨੁਸਾਰ ਯਹੂਦੀਆ ਨਿਵਾਸੀ ਭਰਾਵਾਂ ਦੀ ਮਦਦ ਲਈ ਕੁਝ ਘੱਲੇ। ਉਹਨਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਾਬਾਸ ਅਤੇ ਸਾਊਲ ਦੇ ਹੱਥੀਂ ਬਜ਼ੁਰਗਾਂ ਕੋਲ ਮਦਦ ਘੱਲੀ। ਚੈਪਟਰ 12 ਯਾਕੂਬ ਦਾ ਕਤਲ ਅਤੇ ਪਤਰਸ ਦਾ ਹਵਾਲਾਤ ਵਿੱਚ ਬੰਦ ਕੀਤਾ ਜਾਣਾ। ਇਹਨਾਂ ਦਿਨਾਂ ਵਿੱਚ ਰਾਜਾ ਹੈਰੋਦੇਸ਼ ਨੇ ਵਿਸ਼ਵਾਸ ਸੰਗਤ ਤੇ ਅਤਿਆਚਾਰ ਕਰਨ ਦੇ ਲਈ ਹੱਥ ਚੁੱਕਿਆ। ਉਸਨੇ ਯਹੂਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਕਤਲ ਕਰਵਾ ਦਿੱਤਾ। ਜਦੋਂ ਉਸਨੇ ਇਹ ਦੇਖਿਆ ਕਿ ਇਸ ਤੋਂ ਯਹੂਦੀ ਖੁਸ਼ ਹੋਏ ਹਨ ਤਾਂ ਉਸਨੇ ਪਤਰਸ ਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਖਮੀਰੀ ਰੋਟੀ ਦੇ ਤਿਉਹਾਰ ਦਾ ਦਿਨਾਂ ਵਿੱਚ ਹੋਇਆ। ਪਤਰਸ ਨੂੰ ਫੜ ਕੇ ਉਸਨੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਅਤੇ ਉਸ ਦੀ ਰਖਵਾਲੀ ਲਈ 4 ਸਿਪਾਹੀਆਂ ਦੇ 4 ਦਸਤੇ ਰੱਖ ਦਿੱਤੇ। ਹੈਰੋਦੇਸ਼ ਦੀ ਯੋਜਨਾ ਸੀ ਕਿ ਪਤਰਸ ਨੂੰ ਯਹੂਦੀ ਲੋਕਾਂ ਦੇ ਸਾਹਮਣੇ ਪਸਾਹ ਦੇ ਤਿਉਹਾਰ ਪਿੱਛੋਂ ਪੇਸ਼ ਕਰਨ ਦੀ ਸੀ। ਪਤਰਸ ਹਵਾਲਾਤ ਵਿੱਚ ਬੰਦ ਸੀ, ਪਰ ਵਿਸ਼ਵਾਸ ਸੰਗਤ ਉਸ ਦੇ ਲਈ ਸੰਜੀਦਗੀ ਨਾਲ ਪ੍ਰਾਰਥਨਾ ਕਰਨ ਵਿੱਚ ਲੱਗੀ ਹੋਈ ਸੀ। ਪਤਰਸ ਦਾ ਹਵਾਲਾਤ ਵਿੱਚੋਂ ਛੁਟਕਾਰਾ। ਉਸ ਰਾਤ ਜਦੋਂ ਹੈਰੋਦੇਸ਼ ਉਸ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨ ਹੀ ਵਾਲਾ ਸੀ, ਉਹ 2 ਜੰਜੀਰਾਂ ਨਾਲ ਜਕੜਿਆ ਹੋਇਆ ਸੀ। ਹਵਾਲਾਤ ਦੇ ਬੂਹੇ ਤੇ ਵੀ ਪਹਿਰੇਦਾਰ ਪਹਿਰਾ ਦੇ ਰਹੇ ਸਨ। ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਆ ਕੇ ਖੜਾ ਹੋ ਗਿਆ ਅਤੇ ਕੋਠੜੀ ਚਾਨਣ ਨਾਲ ਭਰ ਗਈ। ਸਵਰਗਦੂਤ ਨੇ ਪਤਰਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਅਤੇ ਉਸ ਨੂੰ ਜਗਾਉਂਦੇ ਹੋਏ ਕਿਹਾ, ਛੇਤੀ ਨਾਲ ਉੱਠ। ਇਸ ਤੇ ਪਤਰਸ ਦੇ ਹੱਥਾਂ ਦੀਆਂ ਹੱਥਕੜੀਆਂ ਖੁੱਲ੍ਹ ਕੇ ਡਿੱਗ ਪਈਆਂ। ਫਿਰ ਸਵਰਗਦੂਤ ਨੇ ਉਸ ਨੂੰ ਕਿਹਾ, ਕੱਪੜੇ ਸਾਂਭ ਤੇ ਜੁੱਤੀ ਪਾ ਲੈ। ਪਤਰਸ ਨੇ ਇਸੇ ਤਰ੍ਹਾਂ ਕੀਤਾ। ਫਿਰ ਸਵਰਗਦੂਤ ਨੇ ਕਿਹਾ, ਆਪਣੇ ਕੱਪੜੇ ਪਾ ਕੇ ਮੇਰੇ ਪਿੱਛੇ ਆ ਜਾ। ਪਤਰਸ ਉਸ ਦੇ ਪਿੱਛੇ ਪਿੱਛੇ ਬਾਹਰ ਆਇਆ, ਪਰ ਉਹ ਜਾਣਦਾ ਨਹੀਂ ਸੀ ਕਿ ਜੋ ਕੁਝ ਸਵਰਗਦੂਤ ਕਰ ਰਿਹਾ ਹੈ ਸੱਚ ਹੈ। ਉਹ ਸੋਚ ਰਿਹਾ ਸੀ ਕਿ ਉਹ ਕੋਈ ਸੁਪਨਾ ਦੇਖ ਰਿਹਾ ਹੈ, ਪਰ ਉਹ ਪਹਿਲੇ ਅਤੇ ਦੂਜੇ ਪਹਿਰੇਦਾਰ ਨੂੰ ਪਾਰ ਕਰਕੇ ਉਸ ਲੋਹੇ ਦੇ ਦਰਵਾਜ਼ੇ ਤੇ ਪਹੁੰਚੇ ਜਿੱਥੋਂ ਨਗਰ ਵੱਲ ਰਾਹ ਜਾਂਦਾ ਸੀ। ਫਿਰ ਦਰਵਾਜ਼ਾ ਉਹਨਾਂ ਦੇ ਲਈ ਆਪਣੇ ਆਪ ਖੁੱਲ੍ਹ ਗਿਆ। ਉਹ ਬਾਹਰ ਨਿਕਲ ਕੇ ਇੱਕ ਗਲੀ ਤੱਕ ਹੀ ਗਏ ਸਨ ਕਿ ਅਚਾਨਕ ਸਵਰਗਦੂਤ ਪਤਰਸ ਨੂੰ ਛੱਡ ਕੇ ਚਲਾ ਗਿਆ। ਜਦੋਂ ਪਤਰਸ ਨੂੰ ਹੋਸ਼ ਆਈ ਤਾਂ ਉਹ ਆਪਣੇ ਆਪ ਨੂੰ ਬੋਲਿਆ, ਹੁਣ ਮੈਂ ਸੱਚਮੁੱਚ ਜਾਣ ਲਿਆ ਹੈ ਕਿ ਪ੍ਰਭੂ ਨੇ ਆਪਣੇ ਸਵਰਗਦੂਤ ਨੂੰ ਘੱਲ ਕੇ ਮੈਨੂੰ ਹੈਰੋਦੇਸ਼ ਦੇ ਹੱਥੋਂ ਬਚਾ ਲਿਆ ਹੈ ਅਤੇ ਇਸ ਤਰ੍ਹਾਂ ਯਹੂਦੀਆਂ ਦੀਆਂ ਸਾਰੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਹੈ। ਉਹ ਸਾਰੇ ਹਾਲਾਤ ਨੂੰ ਸਮਝਦਿਆਂ ਹੋਇਆਂ ਯਹੂਨਾ, ਜਿਸ ਦਾ ਉਪਨਾਮ ਮਰਕਸ ਸੀ, ਦੀ ਮਾਂ ਮਰੀਅਮ ਦੇ ਘਰ ਆਇਆ। ਉੱਥੇ ਬਹੁਤ ਸਾਰੇ ਲੋਕੀ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ। ਜਦੋਂ ਪਤਰਸ ਨੇ ਦਰਵਾਜ਼ਾ ਖਟਖਟਾਇਆ ਤਾਂ ਰੋਦੇ ਨਾਂ ਦੀ ਦਾਸੀ ਦੇਖਣ ਆਈ।
ਉਸਨੇ ਪਤਰਸ ਦੀ ਆਵਾਜ਼ ਪਛਾਣ ਲਈ ਅਤੇ ਉਹ ਖੁਸ਼ੀ ਦੇ ਨਾਲ ਦਰਵਾਜ਼ਾ ਖੋਲ੍ਹੇ ਬਿਨਾਂ ਹੀ ਅੰਦਰ ਦੌੜ ਗਈ ਅਤੇ ਕਹਿਣ ਲੱਗੀ, ਪਤਰਸ ਦਰਵਾਜ਼ੇ ਤੇ ਹੈ। ਲੋਕਾਂ ਨੇ ਉਸਨੂੰ ਕਿਹਾ, ਤੂੰ ਪਗਲੀ ਹੈ। ਪਰ ਜਦੋਂ ਉਸਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਹ ਠੀਕ ਹੈ ਤਾਂ ਉਹ ਬੋਲੇ, ਉਸ ਦਾ ਫਰਿਸ਼ਤਾ ਹੋਵੇਗਾ। ਪਰ ਪਤਰਸ ਦਰਵਾਜ਼ਾ ਖਟਖਟਾਉਂਦਾ ਰਿਹਾ। ਅੰਤ ਵਿੱਚ ਉਹਨਾਂ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਪਤਰਸ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਅਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਪ੍ਰਭੂ ਉਸ ਨੂੰ ਹਵਾਲਾਤ ਵਿੱਚੋਂ ਬਾਹਰ ਲੈ ਆਇਆ। ਫਿਰ ਉਸਨੇ ਕਿਹਾ, ਯਾਕੂਬ ਅਤੇ ਦੂਜੇ ਭਰਾਵਾਂ ਨੂੰ ਇਹ ਗੱਲ ਦੱਸ ਦੇਣਾ। ਫਿਰ ਪਤਰਸ ਬਾਹਰ ਆਇਆ ਅਤੇ ਕਿਸੇ ਦੂਜੀ ਥਾਂ ਤੇ ਚਲਾ ਗਿਆ। ਜਦੋਂ ਦਿਨ ਚੜ੍ਹਿਆ ਤਾਂ ਪਹਿਰੇਦਾਰਾਂ ਵਿੱਚ ਬਹੁਤ ਖਲਬਲੀ ਮਚੀ ਕਿ ਪਤਰਸ ਦਾ ਕੀ ਹੋਇਆ ਹੈ। ਹੈਰੋਦੇਸ਼ ਨੇ ਪਤਰਸ ਦੀ ਬਹੁਤ ਖੋਜ ਕੀਤੀ ਪਰ ਕੁਝ ਪਤਾ ਨਾ ਚੱਲਿਆ। ਇਸ ਲਈ ਉਸਨੇ ਪਹਿਰੇਦਾਰਾਂ ਦੀ ਜਾਂਚ ਕੀਤੀ ਅਤੇ ਉਹਨਾਂ ਨੂੰ ਮੌਤ ਦੰਡ ਦੀ ਆਗਿਆ ਦਿੱਤੀ। ਇਸ ਦੇ ਪਿੱਛੋਂ ਹੈਰੋਦੇਸ਼ ਯਹੂਦੀਆ ਤੋਂ ਕੈਸਰੀਆ ਵਿੱਚ ਜਾ ਕੇ ਰਹਿਣ ਲੱਗਾ। ਹੈਰੋਦੇਸ਼ ਰਾਜਾ ਦੀ ਮੌਤ। ਹੈਰੋਦੇਸ਼ ਸੂਰ ਅਤੇ ਸੈਦਾ ਦੇ ਰਹਿਣ ਵਾਲਿਆਂ ਨਾਲ ਬਹੁਤ ਕ੍ਰੋਧਿਤ ਹੋਇਆ। ਇਸ ਲਈ ਉਹ ਸਾਰੇ ਇੱਕ ਮਨ ਹੋ ਕੇ ਉਸ ਕੋਲ ਆਏ ਅਤੇ ਰਾਜਾ ਦੇ ਮਹਿਲ ਦੇ ਸਰਦਾਰ ਬਲਾਸਤੁਸ ਨੂੰ ਆਪਣੇ ਵੱਲ ਕਰਕੇ ਉਸ ਕੋਲ ਸੰਧੀ ਦਾ ਸੁਝਾਅ ਪੇਸ਼ ਕੀਤਾ, ਕਿਉਂਕਿ ਉਹਨਾਂ ਦੇ ਦੇਸ਼ ਦਾ ਪਾਲਣ ਪੋਸ਼ਣ ਰਾਜਾ ਦੇ ਦੇਸ਼ ਭਰ ਤੇ ਨਿਰਭਰ ਸੀ। ਇੱਕ ਨਿਯੁਕਤ ਕੀਤੇ ਹੋਏ ਦਿਨ ਹੈਰੋਦੇਸ਼ ਨੇ ਸ਼ਾਹੀ ਵਸਤਰ ਪਹਿਨੇ ਅਤੇ ਲੋਕਾਂ ਅੱਗੇ ਭਾਸ਼ਣ ਦਿੱਤਾ। ਇਸ ਤੇ ਲੋਕਾਂ ਨੇ ਪੁਕਾਰ ਕੇ ਆਖਿਆ, ਇਹ ਆਦਮੀ ਦੀ ਆਵਾਜ਼ ਨਹੀਂ ਸਗੋਂ ਪਰਮੇਸ਼ਵਰ ਦੀ ਹੈ। ਉਸ ਵੇਲੇ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਮਾਰਿਆ, ਕਿਉਂਕਿ ਉਸਨੇ ਪਰਮੇਸ਼ਵਰ ਦੀ ਵਡਿਆਈ ਨਹੀਂ ਸੀ ਕੀਤੀ ਅਤੇ ਉਹ ਕੀੜੇ ਪੈ ਕੇ ਮਰ ਗਿਆ। ਪਰਮੇਸ਼ਵਰ ਦੇ ਵਚਨ ਦਾ ਅਸਰ ਵੱਧਦਾ ਅਤੇ ਫੈਲਦਾ ਗਿਆ। ਦੂਜੇ ਪਾਸੇ ਬਰਨਬਾਸ ਅਤੇ ਸਾਊਲ ਆਪਣੀ ਸੇਵਾ ਦਾ ਕੰਮ ਸਮਾਪਤ ਕਰਕੇ ਯਰੂਸ਼ਲਮ ਤੋਂ ਆਏ। ਉਹ ਆਪਣੇ ਨਾਲ ਯਹੂਨਾ ਨੂੰ ਵੀ ਲੈ ਆਏ, ਜਿਸ ਦਾ ਉਪਨਾਮ ਮਰਕੁਸ ਸੀ।
तेरा हथ मैनू या रब राह विखावेगा, ते ओथे भी तेरा हथ मैनू या रब राह विखावेगा। खुदाया तेरी रूह तो मैं भला नस के किधर जावां। खुदाया तू करेगा दस्तगीरी आप ही मेरी भी। खुदाया तू करेगा दस्तगीरी आप ही मेरी भी। तेरा हथ सज्जा उस पाताल विच हो वे मदद मेरी। तेरा हथ सज्जा उस पाताल विच हो वे मदद मेरी। खुदाया तेरी रूह तो मैं भला नस के किधर जावां। जे मैं आखां के मैनू धुप हनेरा हुण छुपावेगा। जे मैं आखां के मैनू धुप हनेरा हुण छुपावेगा। मेरे गिर दे हनेरा तदों चानण हो जावेगा। मेरे गिरदे हनेरा भी तदों चानण हो जावेगा। खुदाया तेरी रूह तो मैं भला नस के किधर जावां। नहीं है सामने तेरे हनेरा खूब हनेरा भी। आप देख रहे हैं पैगाम टीवी।